ਹੁਣ ਤੇ ਇਹ ਲੱਗ ਰਿਹਾ ਹੈ ਕਿ ਮੈਨੂੰ ਲੱਗਦਾ ਕਿ ਜਿਹੜੀ ਇਹ ਆਨਲਾਈਨ ਸਟੱਡੀ ਹੈ ਇਸ ਦਾ ਨੁਕਸਾਨ ਸਾਨੂੰ ਵਧੇਰੇ ਹੋਇਆ ਵਾ ਫਾਇਦੇ ਦੇ ਨਾਲੋਂ। ਇੱਕ ਗੈਪ ਬਣ ਗਿਆ 1 ਸਾਲ ਦਾ। ਇਹਦੇ ਵਿੱਚ ਜੋ ਕੁਝ ਬੱਚਿਆਂ ਨੂੰ ਆਉਂਦਾ ਸੀ ਉਹ ਵੀ ਲਗਭਗ ਭੁੱਲ ਚੁੱਕਾ ਹੈ। 1 ਸਾਲ ਲੰਘ ਗਿਆ ਹੈ, ਲਗਭਗ 13-14 ਮਹੀਨੇ, ਤੇ ਜੇਕਰ ਐਵੇਂ ਹੀ ਅੱਗੇ ਚੱਲਦਾ ਰਿਹਾ ਤਾਂ ਫਿਰ ਰੱਬ ਰੱਖੇ। ਤਰਾਸਦੀ ਇਹ ਹੈ ਕਿ ਸਾਡੇ ਜਿਹੜਾ ਸਿਸਟਮ ਦੇ ਵਿੱਚ ਐਜੂਕੇਸ਼ਨ ਆ ਇਹਨੂੰ ਮੁੱਢਲੇ ਤੌਰ ਤੇ ਲਿਖੇ ਗਿਆ ਸੰਵਿਧਾਨ ਦੇ ਵਿੱਚ, ਪਰ ਇਹਨੂੰ ਦਰਜਾ ਨਹੀਂ ਦਿੱਤਾ ਗਿਆ। ਆਪਾਂ ਕੋਈ ਆਸ ਲਾਈ ਹੈ ਕਿ ਸਾਡੇ ਦੇਸ਼ ਦੇ ਵਿੱਚ ਵਧੀਆ ਸਾਇੰਟਿਸਟ ਪੈਦਾ ਹੋਣਗੇ, ਵਧੀਆ ਡਾਕਟਰ ਪੈਦਾ ਹੋਣਗੇ, ਵਧੀਆ ਟੀਚਰ ਪੈਦਾ ਹੋਣਗੇ। ਉਹ ਕਿੱਥੋਂ ਪੈਦਾ ਹੋਣਗੇ? ਬੱਚਿਆਂ ਨੂੰ ਮਤਲਬ ਲਿਖਣਾ ਭੁੱਲ ਚੁੱਕਿਆ, ਕਿਉਂਕਿ ਆਨਲਾਈਨ ਸਿੱਖਿਆ ਜਿਹੜੀ ਆ ਉਹ ਇੱਕ ਸਿਰਫ ਬਦਲ ਦੇ ਵਜੋਂ ਵਰਤੀ ਗਈ ਕਿ ਬੱਚੇ ਇਹਦੇ ਨਾਲ ਜੁੜੇ ਰਹਿਣ। ਪਰ ਤੁਸੀਂ ਦੱਸੋ ਵੀ ਕੀ 100% ਬੱਚੇ ਜੁੜੇ ਰਹੇ? ਤਾਂ ਇਹ ਤਾਂ ਹੋਰ ਵੀ ਵੱਡੀ ਮਾੜੀ ਗੱਲ ਆ ਸਰਕਾਰ ਵਾਸਤੇ। ਬਾਕੀ ਜਦੋਂ ਸਭ ਕੁਝ ਖੁੱਲ੍ਹਾ ਤਾਂ ਮੈਨੂੰ ਨਹੀਂ ਲੱਗਦਾ ਵੀ ਸਕੂਲ ਬੰਦ ਕਰਨ ਦੀ ਕੋਈ ਤੁੱਕ ਬਣਦੀ ਹੈ। ਨਕਲ ਬੰਦ ਕਰਨ ਵਾਸਤੇ ਬੜੇ ਜ਼ੋਰ ਲੱਗੇ, ਬੰਦ ਵੀ ਹੋ ਗਏ। ਬੱਚੇ ਪੜ੍ਹਨਾ ਸ਼ੁਰੂ ਕਰਤਾ, ਬੱਚਿਆਂ ਨੇ, ਟੀਚਰਸ ਨੇ ਪੜ੍ਹਾਉਣਾ ਸ਼ੁਰੂ ਕਰਤਾ। ਫਿਰ ਨਵਾਂ ਬਿਆਨ ਆ ਗਿਆ ਜੀ, ਬੱਚੇ ਪਾਸ ਹੋਣੇ ਚਾਹੀਦੇ ਆ, ਜਿਵੇਂ ਮਰਜ਼ੀ ਕਰ ਦਿਓ। ਹੱਦ ਹੋ ਗਈ। ਆਹ ਕੀ ਲੌਜਿਕ ਹੋਇਆ? ਦਿਸ ਇਜ਼ ਟੋਟਲੀ ਇਲੌਜੀਕਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜ਼ਿੰਦਾਬਾਦ ਚੈਨਲ ਤੇ ਮੈਂ ਮਨਿੰਦਰਜੀਤ ਸਿੱਧੂ। ਅੱਜ ਗੱਲ ਕਰਾਂਗੇ ਸਕੂਲਾਂ ਬਾਰੇ, ਬੱਚਿਆਂ ਦੀ ਪੜ੍ਹਾਈ ਬਾਰੇ। ਸਕੂਲ ਬੰਦ ਰਹੇ ਆ ਪਿਛਲੇ ਸਾਲ ਕਰੋਨਾ ਦੇ ਕਰਕੇ, ਲਗਭਗ 1 ਸਾਲ ਦੇ ਕਰੀਬ ਸਮਾਂ ਸਕੂਲ ਬੰਦ ਰਹੇ, ਜਿਸ ਦੇ ਚੱਲਦਿਆਂ ਬੱਚਿਆਂ ਵੱਲੋਂ ਘਰ ਬੈਠ ਕੇ ਆਨਲਾਈਨ ਪੜ੍ਹਾਈ ਕੀਤੀ ਗਈ। ਸਕੂਲਾਂ ਵੱਲੋਂ ਆਨਲਾਈਨ ਜਿਹੜੀ ਸਿੱਖਿਆ ਪ੍ਰੋਵਾਈਡ ਕੀਤੀ ਗਈ ਮੋਬਾਈਲਾਂ ਦੇ ਥਰੂ। ਇਸ ਆਨਲਾਈਨ ਪੜ੍ਹਾਈ ਦਾ ਕੀ ਅਸਰ ਰਿਹਾ ਬੱਚਿਆਂ 'ਤੇ? ਕੀ ਉਹਨਾਂ ਦੇ ਜਿਹੜੇ ਹੈ ਕਿ ਅੱਗੇ ਨਾਲੋਂ ਵਧੀਆ ਤਰੀਕੇ ਨਾਲ ਪੜ੍ਹਾਈ ਕੀਤੀ, ਜਾਂ ਉਹਨਾਂ ਦੇ ਵਿੱਚ ਹੁਣ ਕੋਈ ਉਣਤਾਈਆਂ ਆਈਆਂ, ਕਮੀਆਂ ਆਈਆਂ? ਇਸ 'ਤੇ ਚਰਚਾ ਕਰਨ ਲਈ ਅਤੇ ਨਾਲ ਹੀ ਹੁਣ ਜਿਹੜਾ ਇਹ ਆਨਲਾਈਨ ਪੜ੍ਹਾਈ ਤੋਂ ਬਾਅਦ, ਕਰੋਨਾ ਪੀਰੀਅਡ ਤੋਂ ਬਾਅਦ, ਜਿਹੜਾ ਬੱਚਿਆਂ ਨੇ ਅੱਗੇ ਆਈਲੈਟਸ ਕਰਨਾ ਹੁੰਦਾ +2 ਤੋਂ ਬਾਅਦ, ਜ਼ਿਆਦਾਤਰ ਸਾਡੇ ਪੰਜਾਬ ਦੇ ਵਿੱਚ ਹੈ ਕਿ +2 ਪਾਸ ਕਰਨ ਤੋਂ ਬਾਅਦ ਆਇਲਸ ਕੀਤਾ ਜਾਂਦਾ ਹੈ। ਅਤੇ ਉਹ ਆਇਲਸ ਸੈਂਟਰਾਂ ਦੇ ਵਿੱਚ ਜਦੋਂ ਬੱਚੇ ਜਾਂਦੇ ਆ ਤਾਂ ਉਦੋਂ ਜਿਹੜੀ ਉਹਨਾਂ ਦੀ ਉੱਥੇ ਜਾ ਕੇ ਅੰਗਰੇਜ਼ੀ 'ਤੇ ਪਕੜ ਹੈ, ਜਿਹੜੀ ਉਹਨਾਂ ਦੀ ਪੜ੍ਹਾਈ 'ਤੇ ਪਕੜ ਹੈ, ਉਹ ਕਮਜ਼ੋਰ ਹੋਈ ਜਾਂ ਅੱਗੇ ਨਾਲੋਂ ਵਧੀਆ ਹੋਈ? ਇਸ ਸਭ 'ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਸਚਦੇਵ ਸਿੰਘ ਗਿੱਲ, ਮਨਮਿੰਦਰ ਸਿੰਘ ਢਿੱਲੋਂ, ਜੋ ਕਿ ਪਿੰਡ ਰਾਈਆਂਵਾਲਾ ਵਿਖੇ ਇੱਕ ਪ੍ਰਾਈਵੇਟ ਸਕੂਲ ਚਲਾਉਂਦੇ ਆ, ਅਤੇ ਨਾਲ ਹੀ ਆਈਲੈਟਸ ਦੇ ਵਿਸ਼ੇ 'ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਦਿਲਬਾਗ ਸਿੰਘ ਸਿਵੀਆਂ, ਜੋ ਕਿ ਕੋਟਕਪੂਰਾ ਵਿਖੇ ਆਪਣਾ ਆਈਲੈਟਸ ਸੈਂਟਰ ਚਲਾਉਂਦੇ ਆ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਜ਼ਿੰਦਾਬਾਦ ਚੈਨਲ 'ਤੇ। ਸਭ ਤੋਂ ਪਹਿਲਾ ਸਵਾਲ ਅਸੀਂ ਕਰਾਂਗੇ ਮਨਮਿੰਦਰ ਸਿੰਘ ਜੀ ਤੋਂ, ਉਹਨਾਂ ਤੋਂ ਜਾਣਦੇ ਹਾਂ ਜਿਹੜਾ ਆਨਲਾਈਨ ਪੜ੍ਹਾਈ ਹੋਈ ਹੈ ਜੀ, ਇਹਦੇ ਬੱਚਿਆਂ 'ਤੇ ਕੀ ਪ੍ਰਭਾਵ ਰਹੇ? ਕੀ ਉਹਨਾਂ ਦੀ ਪਰਫਾਰਮੈਂਸ ਅੱਗੇ ਨਾਲੋਂ ਵਧੀਆ ਹੋਈ, ਜਾਂ ਉਹ ਬੈਕਫੁੱਟ 'ਤੇ ਗਏ ਆ ਅੱਗੇ ਨਾਲੋਂ, ਜਾਣੀ ਕਿ ਕਮਜ਼ੋਰ ਹੋਇਆ ਬੱਚੇ ਜਿਹੜੇ ਆਮ ਸਕੂਲਾਂ ਦੇ ਵਿੱਚ ਪੜ੍ਹਦੇ ਸੀ ਅਤੇ ਘਰੇ ਰਹਿ ਕੇ ਆਨਲਾਈਨ ਪੜ੍ਹਾਈ ਕੀਤੀ ਹੈ? ਸਰ, ਅਸਲ ਦੇ ਵਿੱਚ ਜੇ ਆਪਾਂ ਵੇਖੀਏ ਕਿ ਜਿਹੜੀ ਆਨਲਾਈਨ ਐਜੂਕੇਸ਼ਨ ਆ ਉਹ ਕੋਈ ਵੀ ਸਬਸਟੀਚਿਊਟ ਨਹੀਂ ਗਾ ਕਲਾਸਰੂਮ ਸਟੱਡੀਜ਼ ਦਾ। ਸੋ ਪਿਛਲੀ ਵਾਰੀ ਸਾਡੀ ਇੱਕ ਮਜਬੂਰੀ ਬਣ ਗਈ ਸੀਗੀ ਸਾਰੇ ਸਕੂਲਾਂ ਦੀ, ਜਾਂ ਕਾਲਜਿਸ ਦੇ ਵਿੱਚ ਵੀ, ਯੂਨੀਵਰਸਿਟੀ ਦੇ ਵਿੱਚ ਵੀ, ਕਿ ਸਾਡੇ ਕੋਲ ਹੋਰ ਕੋਈ ਸਾਧਨ ਨਹੀਂ ਸੀਗਾ। ਸੋ ਸਾਨੂੰ ਵਟਸਐਪ ਥਰੂ, ਜ਼ੂਮ 'ਤੇ ਜਾਂ ਗੂਗਲ ਮੀਟ 'ਤੇ ਕਲਾਸਿਸ ਲਾ ਕੇ ਅਸੀਂ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਦਾ ਜਿਹੜਾ ਫਾਇਦਾ ਜਿੰਨਾ ਕੁ ਮੈਨੂੰ ਲੱਗਦਾ ਵਾ, ਕੋਈ ਇੰਨਾ ਖਾਸ ਫਾਇਦਾ ਨਹੀਂ ਹੋਇਆ। ਉਹਦਾ ਫਾਇਦਾ ਸਿਰਫ ਇੰਨਾ ਕੁ ਹੋਇਆ ਵਾ ਕਿ ਕੁਝ ਕੁ ਬੱਚੇ ਜੁੜੇ ਰਹੇ ਉਸ ਚੀਜ਼ ਦੇ ਨਾਲ। ਪਰ ਜੇਕਰ ਆਪਾਂ ਉਸ ਚੀਜ਼ ਨੂੰ ਇਹ ਜੋੜ ਕੇ ਵੇਖੀਏ ਕਿ ਇੱਕ ਸਬਸਟੀਚਿਊਟ ਹੈ ਬਾਕੀ ਕਲਾਸਰੂਮ ਸਟੱਡੀ ਦਾ, ਤਾਂ ਉਹ ਨਹੀਂ ਹੈ। ਕਿਉਂਕਿ ਬੱਚਿਆਂ ਨੇ, ਤੁਸੀਂ ਅਕਸਰ ਵੇਖਿਆ ਹੋਣਾ ਵਾ, ਯੂਟਿਊਬ ਵੀਡੀਓਜ਼ ਕਾਫੀ ਆਉਂਦੀਆਂ ਵਾ ਕਿ ਟੀਚਰ ਕਲਾਸ ਲਾ ਰਿਹਾ, ਬੱਚਾ ਕੋਈ ਸੁੱਤਾ ਪਿਆ, ਕੋਈ ਬੱਚਾ ਖਾਣਾ ਖਾ ਰਿਹਾ, ਕੋਈ ਬੱਚਾ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਉਹਦੇ ਦੌਰਾਨ ਕੌਨਸਨਟ੍ਰੇਸ਼ਨ ਨਹੀਂ ਕੋਈ ਵੀ। ਦੂਸਰੀ ਗੱਲ, ਜਿਹੜਾ ਬੱਚਾ ਮੋਬਾਈਲ 'ਤੇ ਪੜ੍ਹ ਰਿਹਾ ਵਾ, ਉਹ ਬੱਚਾ, ਸਾਨੂੰ ਕੀ ਪਤਾ ਕਿ, ਜਾਂ ਪੇਰੈਂਟਸ ਨੂੰ ਕੀ ਪਤਾ ਕਿ ਕੀ ਵੇਖ ਰਿਹਾ। ਜਿਹੜਾ ਵਾ ਆਪਣਾ ਜੋ ਕੰਟੈਂਟ ਹੈ ਸਕੂਲ ਵੱਲੋਂ ਮਿਲਿਆ ਆ, ਇਕੱਲਾ ਉਹੀ ਨਹੀਂ ਵੇਖਦਾ, ਉਸ ਦੇ ਨਾਲ ਉਹ ਹੋਰ ਬੜਾ ਕੁਛ ਵੇਖ ਰਿਹਾ ਜਿਹੜਾ ਕਿਸੇ ਬੱਚੇ ਨੂੰ ਨਹੀਂ ਸੀ ਵਿਖਾਉਣਾ ਚਾਹੁੰਦੇ। ਇਹੋ ਜਿਹੀਆਂ ਕੁਝ ਸਾਈਟਸ ਨੇ ਜਿਹੜੀਆਂ ਬੈਨ ਵੀ ਨੇ, ਜਾਂ ਜਿਹੜੀਆਂ ਬੱਚਿਆਂ, ਛੋਟੀ ਉਮਰ ਦੇ ਬੱਚਿਆਂ ਵਾਸਤੇ, 18 ਸਾਲ ਤੋਂ ਘੱਟ ਬੱਚਿਆਂ ਵਾਸਤੇ ਵੇਖਣੀਆਂ ਬਿਲਕੁਲ ਬੈਨ ਨੇ, ਬੱਚਿਆਂ ਨੇ ਉਹ ਵੀ ਵੇਖ ਲਈਆਂ ਨੇ। ਹੁਣ ਤਾਂ ਇਹ ਲੱਗ ਰਿਹਾ ਹੈ ਕਿ, ਮੈਨੂੰ ਲੱਗਦਾ ਕਿ ਜਿਹੜੀ ਇਹ ਆਨਲਾਈਨ ਸਟੱਡੀ ਹੈ ਇਸ ਦਾ ਨੁਕਸਾਨ ਸਾਨੂੰ ਵਧੇਰੇ ਹੋਇਆ ਵਾ ਫਾਇਦੇ ਦੇ ਨਾਲੋਂ। ਕਿਉਂਕਿ ਅਸੀਂ ਬੱਚਿਆਂ ਨੂੰ ਜਿਹੜੀ ਕਿਤਾਬੀ ਪੜ੍ਹਾਈ ਹੈ ਉਹ ਤੋਂ ਥੋੜ੍ਹਾ ਪਿਛਾਂਹ ਹਟਾ ਕੇ ਅਸੀਂ ਆਨਲਾਈਨ ਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਮੋੜ ਦਿੱਤਾ ਹੈ। ਪਹਿਲਾਂ ਸਕੂਲਾਂ ਦੇ ਵਿੱਚ ਇਹ ਸੀਗਾ ਕਿ ਤੁਸੀਂ ਸਕੂਲ ਮੋਬਾਈਲ ਨਹੀਂ ਲੈ ਕੇ ਆਉਣਾ। ਪੇਰੈਂਟਸ ਨੂੰ ਕਹਿੰਦੇ ਸਾਂ ਅਸੀਂ ਕਿ ਆਪਣੇ ਬੱਚਿਆਂ ਨੂੰ ਮੋਬਾਈਲ ਨਾ ਲੈ ਕੇ ਦਿਓ, ਮੋਬਾਈਲ ਦਿਓ ਨਾ ਇਹਨਾਂ ਨੂੰ।
ਹੁਣ ਹਰ ਸਕੂਲ ਦੀ ਤੇ ਪੇਰੈਂਟਸ ਦੀ ਮਜਬੂਰੀ ਬਣ ਗਈ ਹੈ ਕਿ ਉਹ ਮੋਬਾਈਲ ਤੋਂ ਬਗੈਰ ਤਾਂ ਉਹਨੂੰ ਗੁਜ਼ਾਰਾ ਨਹੀਂ। ਇਸ ਵਾਸਤੇ ਇਹ ਆ ਕਿ ਇੱਕ ਬੜੀ ਬੜੀ ਤਰਾਸਦੀ ਹੈ, ਇਸ ਇੱਕ ਸਾਲ ਨੇ ਸਾਨੂੰ ਬੌਧਿਕ ਤੌਰ 'ਤੇ ਸਾਡੇ ਬੱਚਿਆਂ ਨੂੰ ਬੜਾ ਪਛਾੜ ਦਿੱਤਾ ਹੈ। ਹੁਣ ਉਹ ਜਿਹੜੀ ਇੱਕ ਗੈਪ ਬਣ ਗਿਆ 1 ਸਾਲ ਦਾ, ਇਹਦੇ ਵਿੱਚ ਜੋ ਕੁਛ ਬੱਚਿਆਂ ਨੂੰ ਆਉਂਦਾ ਸੀ ਉਹ ਵੀ ਲਗਭਗ ਭੁੱਲ ਚੁੱਕਾ ਹੈ। ਨਵਾਂ ਤੇ ਕੀ ਸਿੱਖਿਆ ਸਗੋਂ ਬੱਚੇ ਉਹ ਵੀ ਹੋਰ ਵੀ ਬੜਾ ਕੁਛ ਭੁੱਲ ਗਏ ਨੇ। ਸੋ ਇਹ ਇੱਕ ਬੜੀ ਵੱਡੀ ਸਾਡੇ ਵਾਸਤੇ ਇੱਕ ਡਰਾਬੈਕ ਹੈ। ਬੱਚੇ ਬਿਲਕੁਲ ਬੈਕਫੁੱਟ 'ਤੇ ਗਏ ਨੇ, ਇਹ 'ਚ ਕੋਈ ਸ਼ੱਕ ਨਹੀਂ। ਸੋ ਬੜਾ ਜੇਕਰ 1 ਸਾਲ ਲੰਘ ਗਿਆ ਹੈ, ਲਗਭਗ 13-14 ਮਹੀਨੇ, ਅਤੇ ਜੇਕਰ ਐਵੇਂ ਹੀ ਅੱਗੇ ਚੱਲਦਾ ਰਿਹਾ ਤਾਂ ਫਿਰ ਰੱਬ ਰਾਖਾ, ਫਿਰ ਸਾਡੀ ਐਜੂਕੇਸ਼ਨ ਦਾ ਰੱਬ ਰਾਖਾ ਹੈ। ਜਿਵੇਂ ਇਹਨਾਂ ਨੇ ਕਿਹਾ ਜੀ ਇਹ ਇੱਕ ਅੱਗੇ ਚੱਲਦਾ, ਜੇ ਸਰਕਾਰ ਹੋਰ ਵਧਾ ਦਿੰਦੀ ਹੈ 1 ਸਾਲ ਦਾ ਸਮਾਂ, ਜਿਵੇਂ ਹੁਣ ਸਰਕਾਰ ਕਹਿ ਰਹੀ ਹੈ, ਸਕੂਲਾਂ ਵਾਲਿਆਂ ਵੱਲੋਂ ਵੀ ਕਿਹਾ ਗਿਆ ਸੀ ਕਿ ਅਸੀਂ 12 ਤਰੀਕ ਤੋਂ ਖੋਲ੍ਹ ਦਿਆਂਗੇ ਸਕੂਲ ਜੇ ਨਾ, ਪਰ ਸਰਕਾਰ ਨੇ 30 ਅਪ੍ਰੈਲ ਤੱਕ ਇੱਕ ਵਾਰ ਰੋਕ ਲਗਾ ਦਿੱਤੀ ਹੈ। ਜੇ ਇਸੇ ਤਰੀਕੇ ਨਾਲ ਮਹੀਨਾ ਕਰਕੇ ਫਿਰ ਸਮਾਂ ਇੱਕ ਸੈਸ਼ਨ ਖਤਮ ਹੋ ਜਾਂਦਾ ਹੈ ਤਾਂ ਕੀ ਪ੍ਰਭਾਵ ਰਹਿਣਗੇ? ਜੀ ਬਿਲਕੁਲ ਤੁਹਾਡਾ ਵਾਜਬ ਸਵਾਲ ਆ, ਕਿਉਂਕਿ ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਆ, ਇਹ ਤਾਂ ਆਪਾਂ ਨੂੰ ਪਤਾ ਹੀ ਹੈ। ਜਿੱਦਾਂ 10 ਅਪ੍ਰੈਲ ਤੋਂ ਹੁਣ 30 ਅਪ੍ਰੈਲ 'ਤੇ ਪਹੁੰਚ ਗਏ ਆ, ਔਰ ਸਾਨੂੰ ਤਾਂ ਇਹ ਲੱਗ ਰਿਹਾ ਵੀ ਇਹ ਜੁਲਾਈ ਅਗਸਤ ਤੱਕ ਲੈ ਕੇ ਜਾਣਗੇ ਇਸੇ ਤਰ੍ਹਾਂ। ਤਰਾਸਦੀ ਇਹ ਹੈ ਕਿ ਸਾਡੇ ਜਿਹੜਾ ਸਿਸਟਮ ਦੇ ਵਿੱਚ ਐਜੂਕੇਸ਼ਨ ਆ, ਇਹਨੂੰ ਮੁੱਢਲੇ ਤੌਰ 'ਤੇ ਲਿਖੇ ਗਿਆ ਸੰਵਿਧਾਨ ਦੇ ਵਿੱਚ, ਪਰ ਇਹਨੂੰ ਦਰਜਾ ਨਹੀਂ ਦਿੱਤਾ ਗਿਆ। ਅਸੀਂ ਹਰ ਵਾਰ ਗੱਲਾਂ ਕਰਦੇ ਹਾਂ, ਬਹੁਤ ਸਾਰੀਆਂ ਇੱਦਾਂ ਦੀਆਂ ਹੋਰ ਡਿਬੇਟਸ ਦੇ ਵਿੱਚ ਵੱਡੇ ਵੱਡੇ ਮਾਹਰ ਗੱਲ ਕਰਦੇ ਆ ਕਿ ਸਾਡਾ ਜਿਹੜਾ ਦੇਸ਼ ਆ ਉਹ ਇੱਕ ਵਧੀਆ ਐਜੂਕੇਸ਼ਨ ਦੇ ਵਿੱਚ ਅੱਗੇ ਆ ਦੂਸਰੇ ਦੇਸ਼ਾਂ ਨਾਲੋਂ, ਕਈਆਂ ਨਾਲੋਂ। ਪਰ ਹੁਣ ਜੇ ਆਪਾਂ ਕਹਿ ਰਹੇ ਹਾਂ ਵੀ 1 ਸਾਲ ਪਹਿਲਾਂ ਅਸੀਂ ਬਰਬਾਦ ਕਰਤਾ ਬੱਚਿਆਂ ਦਾ, ਔਰ 1 ਸਾਲ ਅਸੀਂ ਹੋਰ ਬਰਬਾਦ ਕਰਦੇ ਹਾਂ ਤਾਂ ਕੀ ਹੋਊਗਾ? ਤਾਂ ਫਿਰ ਤਾਂ ਦੇਖੋ ਵੀ ਆਪਣੇ ਕੋਲੇ ਜਿੱਦਾਂ ਦੇ ਆਪਾਂ ਕੋਈ ਆਸ ਲਾਈ ਹੈ ਕਿ ਸਾਡੇ ਦੇਸ਼ ਦੇ ਵਿੱਚ ਵਧੀਆ ਸਾਇੰਟਿਸਟ ਪੈਦਾ ਹੋਣਗੇ, ਵਧੀਆ ਡਾਕਟਰ ਪੈਦਾ ਹੋਣਗੇ, ਵਧੀਆ ਟੀਚਰ ਪੈਦਾ ਹੋਣਗੇ, ਉਹ ਕਿੱਥੋਂ ਪੈਦਾ ਹੋਣਗੇ? ਤੁਸੀਂ ਇੱਕ ਸਵਾਲ ਦਾ ਹੋਰ ਜਵਾਬ ਦਿਓ ਕਿ ਆਪਾਂ ਮਤਲਬ ਇਹ ਸਾਰੇ ਮੇਰਾ ਦਰਸ਼ਕਾਂ ਨੂੰ ਵੀ ਸਵਾਲ ਆ ਕਿ ਤੁਸੀਂ ਦੇਖਿਆ ਕਿ ਸਰਕਾਰ ਨੇ ਜਾਂ ਸਿੱਖਿਆ ਬੋਰਡ ਨੇ +2 ਤੱਕ ਦੇ ਬੱਚੇ ਪਿਛਲੇ ਸਾਲ ਉੱਦਾਂ ਹੀ ਪਾਸ ਕਰਤੇ, 10ਵੀਂ ਦੇ ਬੱਚੇ ਉੱਦਾਂ ਹੀ ਪਾਸ ਕਰ ਦਿੱਤੇ। ਜਿਹੜੇ ਬੱਚਿਆਂ ਨੇ ਕੱਲ੍ਹ ਨੂੰ ਮੈਡੀਕਲ ਨੌਨ ਮੈਡੀਕਲ ਕਰਕੇ ਅੱਗੇ ਕਿਸੇ ਨੇ ਮੈਡੀਕਲ ਲਾਈਨ 'ਚ ਜਾਣਾ ਸੀ, ਅੱਛਾ ਡਾਕਟਰ ਬਣਨਾ ਸੀ, ਕਿਸੇ ਨੇ ਕੋਈ ਸਾਇੰਟਿਸਟ ਬਣਨਾ ਸੀ, ਕਿਸੇ ਨੇ ਕੋਈ ਐਸਟਰੋਨਾਟ ਬਣਨਾ ਜਾਂ ਕੋਈ ਹੋਰ ਕੁਝ ਵੀ ਬਣਨਾ ਸੀ, ਉਹ ਬੱਚਾ ਜਿਹੜਾ ਬਿਨਾਂ ਮੈਡੀਕਲ ਨੌਨ ਮੈਡੀਕਲ ਦੀ ਪੜ੍ਹਾਈ ਕੀਤਿਆਂ ਪਾਸ ਹੋ ਕੇ ਉਹ ਬੱਚਾ ਕੀ ਬਣੇਗਾ? ਉਹਦੇ ਤੋਂ ਤੁਸੀਂ ਕੀ ਆਸਾਂ ਰੱਖੀਆਂ ਹੋਈਆਂ ਨੇ? ਠੀਕ ਹੈ, ਆਉਣ ਵਾਲੇ ਸਾਲ 'ਚ ਜੇ ਅਸੀਂ ਇਸੇ ਤਰ੍ਹਾਂ ਇਸ ਨੂੰ ਦੁਹਰਾਉਣੇ ਆ ਤਾਂ ਤੁਸੀਂ ਦੇਖਿਆ ਕਿ ਪਿਛਲੇ ਸਾਲ ਦੇ ਵਿੱਚ ਜਦੋਂ ਸਾਡੇ ਕੋਲੇ ਹੁਣ ਬੱਚੇ 2-4 ਮਹੀਨੇ ਵੀ ਨਹੀਂ ਕਹਿ ਲਓ ਵੀ 20-25 ਦਿਨ ਸਾਡੇ ਕੋਲੇ ਬੱਚੇ ਵਾਪਸ ਆਏ ਆ, ਜਦੋਂ ਸਰਕਾਰ ਨੇ ਥੋੜ੍ਹਾ ਜਿਹਾ ਲੋਕਡਾਊਨ ਨੂੰ ਖੋਲ੍ਹਿਆ ਤਾਂ ਸਭ ਕੁਛ ਵਾਸ਼ ਹੋ ਚੁੱਕਿਆ। ਬੱਚਿਆਂ ਨੂੰ ਮਤਲਬ ਲਿਖਣਾ ਭੁੱਲ ਚੁੱਕਿਆ, ਕਿਉਂਕਿ ਔਨਲਾਈਨ ਸਿੱਖਿਆ ਜਿਹੜੀ ਆ ਉਹ ਇੱਕ ਸਿਰਫ ਬਦਲ ਦੇ ਵਜੋਂ ਵਰਤੀ ਗਈ ਕਿ ਬੱਚੇ ਇਹਦੇ ਨਾਲ ਜੁੜੇ ਰਹਿਣ। ਪਰ ਤੁਸੀਂ ਦੱਸੋ ਵੀ ਕੀ 100% ਬੱਚੇ ਜੁੜੇ ਰਹੇ? ਠੀਕ ਹੈ, 100% ਬੱਚੇ ਜੁੜੇ ਹੀ ਨਹੀਂ ਗਏ। ਜੇ ਇੱਕ ਕਲਾਸ ਦੇ ਵਿੱਚ 70 ਬੱਚੇ ਆ ਤਾਂ 70 ਦੇ ਵਿੱਚੋਂ 30 ਬੱਚਿਆਂ ਨੇ ਐਜੂਕੇਸ਼ਨ ਪ੍ਰਾਪਤ ਕੀਤੀ ਆ, ਔਰ ਉਹ 30 ਕਿਹੜੇ ਸੀਗੇ? ਜਿਨ੍ਹਾਂ ਕੋਲੇ ਮੋਬਾਈਲ ਫੋਨ ਸੀਗੇ, ਜਿਹੜੇ ਬੱਚਿਆਂ ਕੋਲੇ ਸਮਾਂ ਸੀਗਾ, ਜਿਹਦੇ ਬੱਚਿਆਂ ਦੇ ਮਾਪੇ ਪੜ੍ਹੇ ਲਿਖੇ ਆ। ਠੀਕ ਹੈ, ਆਮ ਆਵਾਮ ਆ, ਜਿਹੜਾ ਆਮ ਜਨਤਾ ਜਿਹੜੀ ਆ, ਜਿਹੜੇ ਗਰੀਬ ਪਰਿਵਾਰ ਆ ਜਿਨ੍ਹਾਂ ਕੋਲੇ ਮੋਬਾਈਲ ਨਹੀਂ ਹੈਗਾ, ਠੀਕ ਹੈ, ਜਿਨ੍ਹਾਂ ਦੇ ਪੇਰੈਂਟਸ ਕੋਲੇ ਸਮਾਂ ਹੀ ਹੈ ਨਹੀਂ ਘਰ ਰਹਿਣ ਦਾ, ਕਿਉਂਕਿ ਉਹੀ ਕਮਾਉਣ ਵਾਲੇ ਆ। ਠੀਕ ਹੈ, ਤੇ ਉਹਨਾਂ ਦੇ ਬੱਚੇ ਕਿਵੇਂ ਪੜ੍ਹਨਗੇ? ਤੇ ਉਹ ਬੱਚਿਆਂ ਦਾ ਤਾਂ ਬਹੁਤ ਨੁਕਸਾਨ ਹੋ। ਅਤੇ ਹੁਣ ਜੇ ਆਪਾਂ ਅਗਲੇ ਸਾਲ ਵੀ ਇਹ ਗੱਲ ਕਰਦੇ ਹਾਂ ਤਾਂ ਇਹ ਤਾਂ ਹੋਰ ਵੀ ਵੱਡੀ ਮਾੜੀ ਗੱਲ ਆ ਸਰਕਾਰ ਵਾਸਤੇ। ਬਾਕੀ ਜਦੋਂ ਸਭ ਕੁਛ ਖੁੱਲ੍ਹਾ ਤਾਂ ਮੈਨੂੰ ਨਹੀਂ ਲੱਗਦਾ ਵੀ ਸਕੂਲ ਬੰਦ ਕਰਨ ਦੀ ਕੋਈ ਤੁੱਕ ਬਣਦੀ ਹੈ। ਇੱਕ ਹੋਰ ਚੀਜ਼ ਜੋੜਦੇ ਨਾਲ ਕਿ ਹੁਣ ਸਕੂਲ ਬੰਦ ਨੇ, ਬੱਚਿਆਂ ਦੇ ਪੇਪਰ ਹੋਏ ਨੇ। ਪੇਪਰ ਕਿਸ ਤਰ੍ਹਾਂ ਹੋਏ ਨੇ? ਆਨਲਾਈਨ ਹੋਏ ਨੇ। ਬੱਚਿਆਂ ਨੇ ਪੇਪਰ ਘਰ ਬੈਠ ਕੇ ਕੀਤੇ ਆ। ਘਰ ਬੈਠ ਕੇ ਕਿਵੇਂ ਕੀਤੇ ਆ? ਕਿਸੇ ਨੇ ਪੇਪਰ ਆਪ ਕੀਤਾ, ਕਿਸੇ ਦੀ ਭੈਣ ਨੇ ਕਰਤਾ, ਕਿਸੇ ਦੀ ਮਾਤਾ ਨੇ ਕਰਤਾ, ਕਿਸੇ ਦੇ ਡੈਡੀ ਨੇ ਕਰਤਾ ਪੇਪਰ। ਕੀ ਪੇਪਰ ਲੈਣਾ ਹੀ ਪੜ੍ਹਾਈ ਹੁੰਦੀ ਹੈ? ਸੋਚਣ ਵਾਲੀ ਗੱਲ ਇਹ ਵੀ ਹੈ। ਮੈਨੂੰ ਇਹ ਸਮਝ ਲੱਗ ਰਹੀ ਕਿ ਅਸੀਂ ਐਜੂਕੇਸ਼ਨ ਨੂੰ ਕੀ ਮੰਨਦੇ ਹਾਂ। ਇੱਕ ਡਾਕਟਰ ਦੇ ਕੋਲ ਜਾਓ, ਡਾਕਟਰ ਸਾਹਿਬ ਜੀ ਮੈਂ ਹੈ ਤਾਂ ਬਹੁਤ ਸਖਤ ਬਿਮਾਰ ਹਾਂ, ਪਰ ਇਹ ਲਿਖ ਦਿਓ ਕਿ ਤੂੰ ਬਿਲਕੁਲ ਤੰਦਰੁਸਤ ਹੈ। ਹੁਣ ਡਾਕਟਰ ਲਿਖ ਦੂਗਾ ਤੂੰ ਤੰਦਰੁਸਤ ਹੈ, ਪਰ ਤੰਦਰੁਸਤ ਲਿਖਿਆਂ ਬਿਮਾਰੀ ਨਹੀਂ ਹਟਦੀ। ਸੋ ਇਹ ਜਿਹੜੀ ਐਜੂਕੇਸ਼ਨ ਹੈ, ਇਹ ਦੈਟ ਇਜ਼ ਦਾ ਮੋਡੀਫਿਕੇਸ਼ਨ ਆਫ ਬਿਹੇਵੀਅਰ, ਸਾਡੇ ਬਿਹੇਵੀਅਰ ਦੀ ਮੋਡੀਫਿਕੇਸ਼ਨ ਕਰਦੀ ਹੈ। ਸੋ ਇਹ ਅਸੀਂ ਜੇਕਰ ਕਾਗਜ਼ ਲੈ ਕੇ 10ਵੀਂ ਦੇ 12ਵੀਂ ਦੇ +2 ਕੀਤੀ ਆ, 10ਵੀਂ ਕੀਤੀ ਆ, ਕਿਸੇ ਨੂੰ ਵਿਖਾ ਦਈਏ ਵੇਖੋ ਜੀ ਆ ਮੇਰੇ ਇੰਨੇ ਗ੍ਰੇਡ ਆ ਗਏ ਆ, ਤਾਂ ਗ੍ਰੇਡ ਦੀ ਕੋਈ ਵੈਲਿਊ ਨਹੀਂ। ਐਜੂਕੇਸ਼ਨ ਜਿਹੜੀ ਹੈ ਉਹ ਤੁਹਾਡੇ ਦਿਮਾਗ 'ਚ ਹੈ। ਸੋ ਅਸੀਂ ਉਸ ਪਾਸੇ ਖਿਆਲ ਦੇਣਾ ਹੈ। ਸਰਕਾਰਾਂ ਨੂੰ ਚਾਹੀਦਾ ਇਸ ਬਾਰੇ ਸੋਚਣਾ ਕਿ ਅਸੀਂ ਕਿਹੜੀ ਲੀਹ ਫੜ ਲਈਏ ਜਾਂ ਕਿਹੜੇ ਪਾਸੇ ਤੁਰ ਪਏ ਹਾਂ। ਸਾਰਾ ਕੁਝ ਖੁੱਲ੍ਹਾ, ਸਾਰਾ ਕੁਝ ਚੱਲੀ ਜਾਂਦਾ, ਕਿ ਅਸੀਂ ਇਸ ਚੀਜ਼ ਨੂੰ ਬੰਦ ਕਰਕੇ ਆਪਣੀ ਆਉਣ ਵਾਲੀ ਪੀੜ੍ਹੀ ਜਾਂ ਸਾਡਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ, ਕਿਉਂਕਿ ਉਹ ਸਾਡੇ ਦੇਸ਼ ਦਾ ਹੀ ਹੈ,
ਅਸੀਂ ਇਸ ਨੂੰ ਬਰਬਾਦੀ ਦੇ ਰਾਹ 'ਤੇ ਨਹੀਂ ਤੋਰ ਲਿਆ? ਇਹ ਬੜਾ ਔਖਾ ਕੰਮ ਹੈ। ਸੋ ਇਹ ਸਾਰੇ ਪੇਰੈਂਟਸ ਨੂੰ ਵੀ ਇਸ ਬਾਰੇ ਸੋਚਣਾ ਪਏਗਾ, ਚਾਹੇ ਉਹਨਾਂ ਦੇ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਆ ਚਾਹੇ ਪ੍ਰਾਈਵੇਟ 'ਚ ਪੜ੍ਹਦੇ ਆ। ਗੱਲ ਆਪਾਂ ਕਿਸੇ ਇੱਕ ਸਕੂਲ ਦੀ ਨਹੀਂ ਕਰ ਰਹੇ, ਚਾਹੇ ਉਹ ਯੂਨੀਵਰਸਿਟੀ 'ਚ ਪੜ੍ਹਦੇ ਆ ਚਾਹੇ ਕਾਲਜ 'ਚ ਪੜ੍ਹਦੇ ਆ। ਸਾਨੂੰ ਥੋੜ੍ਹਾ ਜਿਹਾ ਸੀਰੀਅਸ ਹੋਣਾ ਪਊਗਾ। ਮੈਂ ਕਿਸੇ ਖਾਸ ਇਲਾਕੇ ਦੀ ਗੱਲ ਨਹੀਂ ਕਰਦਾ, ਪਰ ਤੁਸੀਂ ਸਮਝੀ ਜਾਓਗੇ ਕਿ ਕੁਝ ਸਮਾਂ ਪਹਿਲਾਂ ਸੀਗਾ ਕਿ ਬੜੀ ਨਕਲ ਵੱਜਦੀ ਸੀ ਸਕੂਲਾਂ 'ਚ। ਉਸ ਤੋਂ ਬਾਅਦ ਕੀ ਹੋਇਆ, ਬੜੀਆਂ ਸਖਤੀਆਂ ਹੋਈਆਂ, ਸਕੂਲਾਂ ਦੇ ਸੈਂਟਰ ਚੇਂਜ ਕਰ ਦਿੱਤੇ ਗਏ। ਤੇਰਾ ਇੱਥੇ ਬਣ ਜੂਗਾ, ਉਹਨਾਂ ਦਾ ਬਾਹਰ ਬਣ ਜੂਗਾ, ਆਪਣਾ ਆਪਣਾ ਸੈਂਟਰ ਨਹੀਂ ਬਣੂਗਾ। ਨਕਲ ਬੰਦ ਕਰਨ ਵਾਸਤੇ ਬੜੇ ਜ਼ੋਰ ਲੱਗੇ, ਬੰਦ ਵੀ ਹੋ ਗਈ। ਬੱਚੇ ਪੜ੍ਹਨਾ ਸ਼ੁਰੂ ਕਰਤਾ, ਬੱਚਿਆਂ ਨੇ, ਟੀਚਰਸ ਨੇ ਪੜ੍ਹਾਉਣਾ ਸ਼ੁਰੂ ਕਰਤਾ। ਫਿਰ ਨਵਾਂ ਬਿਆਨ ਆ ਗਿਆ ਜੀ, ਬੱਚੇ ਪਾਸ ਹੋਣੇ ਚਾਹੀਦੇ ਆ, ਜਿਵੇਂ ਮਰਜ਼ੀ ਕਰ ਦਿਓ। ਹੱਦ ਹੋ ਗਈ ਜੀ, ਆਹ ਕੀ ਲੌਜਿਕ ਹੋਇਆ? ਦਿਸ ਇਜ਼ ਟੋਟਲੀ ਇਲੌਜੀਕਲ। ਕਿ ਇਹ ਕਮਾਲ ਦੀ ਗੱਲ ਹੈ ਕਿ ਬੱਚੇ ਪਾਸ ਕਿਉਂ ਹੋਣੇ ਚਾਹੀਦੇ ਆ? ਪਾਸ ਹੋਣਾ ਸਾਡਾ ਜਿਹੜਾ ਵਾ ਉਹ ਮਕਸਦ ਨਹੀਂ ਗਾ, ਪੜ੍ਹਾਉਣਾ ਮਕਸਦ ਆ। ਜਿਹੜਾ ਬੱਚਾ ਪੜ੍ਹ ਕੇ ਪਾਸ ਹੋਊਗਾ ਉਹ ਪਾਸ ਹੈ, ਜਿਹੜਾ ਬੱਚਾ ਨਹੀਂ ਪੜ੍ਹਿਆ ਉਹ ਪਾਸ ਕਿਵੇਂ ਹੋਵੇ? ਸੋਚਣ ਵਾਲੀ ਗੱਲ ਇਹੀ ਹੈ ਨਾ ਕਿ ਤੁਸੀਂ ਕਿਸੇ ਨੂੰ ਬਿਨਾਂ ਪੜ੍ਹਾਈ ਦਿੱਤਿਆਂ ਪਾਸ ਕਰਨਾ, ਇਹ ਬੱਚੇ ਦੇ ਨਾਲ ਸਰਾਸਰ ਧੋਖਾ ਵਾ, ਮਾਪਿਆਂ ਨਾਲ ਧੋਖਾ ਵਾ। ਸੋ ਇਹ ਵੀ ਗੱਲ ਬੜੀ ਰਿਡਿਕੂਲਸ ਜੀ ਲੱਗੀ ਹੈ ਕਿ ਇਹ ਕਿਵੇਂ ਆ, ਇਹ ਕੀ ਵਾਪਰਿਆ। ਅੱਛਾ, ਇਹ ਇੱਕ ਸਵਾਲ ਆ ਤੁਹਾਡੇ ਤੋਂ ਕਿ ਇਸ ਲੋਕਡਾਊਨ ਦੇ ਦੌਰਾਨ ਚਲੋ ਬੱਚਿਆਂ ਦੀ ਪੜ੍ਹਾਈ 'ਤੇ ਅਸਰ ਪਿਆ, ਤੁਸੀਂ ਕਿਹਾ ਕਿ ਘਰ ਬੈਠ ਕੇ ਉਹ ਗੱਲ ਨਹੀਂ ਬਣੀ ਜਿਹੜੀ ਕਿ ਸਕੂਲ ਆ ਕੇ ਬਣਨੀ ਹੁੰਦੀ ਹੈ। ਬਿਲਕੁਲ ਜਿਹੜਾ ਅਧਿਆਪਕ ਦੇ ਜਿਹੜਾ ਸਾਹਮਣੇ ਬੈਠ ਕੇ ਜਿਹੜੀ ਪੜ੍ਹਾਈ ਲੈਣੀ, ਅਧਿਆਪਕ ਨੇ ਦੱਸ ਕੇ ਪੜ੍ਹਾਉਣਾ, ਉਹ 'ਚ ਫਰਕ ਹੈ। ਅੱਛਾ, ਮਾਪਿਆਂ ਨੂੰ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ? ਮਾਪਿਆਂ 'ਤੇ ਕੀ ਪ੍ਰਭਾਵ ਪਿਆ ਸਾਰੇ ਕਸ? ਜੀ, ਮਾਪਿਆਂ ਦੇ ਤੌਰ 'ਤੇ ਜੇ ਆਪਾਂ ਸੋਚੀਏ ਤਾਂ ਮਾਪਿਆਂ ਦਾ ਪਹਿਲਾ ਫਰਜ਼ ਬਣ ਜਾਂਦਾ ਕਿ ਬੱਚੇ ਦੀ ਸਹੀ ਪਰਵਰਿਸ਼ ਕਿੱਦਾਂ ਕਰਨੀ ਆ। ਠੀਕ ਹੈ, ਜਦੋਂ ਘਰ ਦੇ ਵਿੱਚ ਬੱਚਾ ਪੈਦਾ ਹੁੰਦਾ ਤਾਂ ਮਾਪਿਆਂ ਦੇ ਮਨ 'ਚ ਪਹਿਲਾ ਸਵਾਲ ਇਹੀ ਹੁੰਦਾ ਵੇ ਕਿ ਇਹਦੀ ਅੱਛੀ ਐਜੂਕੇਸ਼ਨ, ਅੱਛਾ ਇਸ ਬੱਚੇ ਦਾ ਖਾਣਾ, ਅੱਛੇ ਕੱਪੜੇ। ਠੀਕ ਹੈ, ਇਹ ਮਤਲਬ ਮੁੱਢਲੀਆਂ ਲੋੜਾਂ ਸ਼ੁਰੂ ਹੋ ਜਾਂਦੀਆਂ। ਠੀਕ ਹੈ, ਔਰ ਅੱਛੀ ਐਜੂਕੇਸ਼ਨ ਨੂੰ ਲੈ ਕੇ ਮਾਪਿਆਂ ਦੇ ਵਿੱਚ ਇਸ ਚੀਜ਼ ਦੀ ਹੋੜ ਲੱਗੀ ਹੁੰਦੀ ਵੀ ਸਾਡਾ ਬੱਚਾ ਕਿਸੇ ਚੰਗੇ ਸਕੂਲ 'ਚ ਪੜ੍ਹੇ। ਠੀਕ ਹੈ, ਉਹ ਚੰਗਾ ਸਕੂਲ ਸਰਕਾਰੀ ਵੀ ਹੋ ਸਕਦਾ, ਅਸੀਂ ਕਿਸੇ ਪ੍ਰਾਈਵੇਟ ਸਕੂਲ ਦੀ ਗੱਲ ਨਹੀਂ ਕਰਦੇ। ਉਹ ਚੰਗਾ ਸਕੂਲ ਸਰਕਾਰੀ ਵੀ ਹੋ ਸਕਦਾ, ਇਲਾਕੇ ਦਾ ਕੋਈ ਵਧੀਆ ਸਕੂਲ ਵੀ ਹੋ ਸਕਦਾ। ਠੀਕ ਹੈ, ਪਰ ਮਾਪੇ ਹੁਣ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਆ ਕਿ ਸਾਡਾ ਬੱਚਾ ਹੁਣ ਜਾਵੇ ਕਿੱਥੇ? ਜਿਹੜੇ ਸਕੂਲ 'ਚ ਉਹ ਪੜ੍ਹ ਰਿਹਾ ਕੀ ਉੱਥੇ ਹੀ ਉਹ ਦੁਬਾਰਾ ਜਾਵੇ? ਕਿਉਂਕਿ ਸਕੂਲ ਫੀਸ ਵੀ ਮੰਗ ਰਿਹਾ, ਉਹ ਆਨਲਾਈਨ ਐਜੂਕੇਸ਼ਨ ਤਾਂ ਦੇ ਰਿਹਾ। ਠੀਕ ਹੈ, ਮਾਪੇ ਇਸ ਕਰਕੇ ਚਿੰਤਤ ਆ ਕਿ ਸਾਡਾ ਬੱਚਾ ਘਰ ਵੀ ਬੈਠਾ। ਠੀਕ ਹੈ, ਅਸੀਂ ਫੀਸ ਵੀ ਪੂਰੀ ਦੇ ਰਹੇ ਹਾਂ, ਔਰ ਨਾਲ ਦੀ ਨਾਲ ਇਹ ਪ੍ਰੋਬਲਮ ਬਣ ਗਈ ਕਿ ਮਾਪਿਆਂ ਦੇ ਉੱਤੇ ਫਾਈਨੈਂਸ਼ੀਅਲ ਜਿਹੜਾ ਬੋਝ ਆ ਹੋਰ ਵੱਧ ਗਿਆ। ਕਿਉਂਕਿ ਤੁਸੀਂ ਦੇਖੋ, ਆਮ ਰਿਚਾਰਜ ਜਿਹੜਾ ਆਪਾਂ ਫੋਨ ਦਾ, ਜੇ ਆਨਲਾਈਨ ਸਟੱਡੀ ਕਰਨੀ ਹੈ ਬੱਚੇ ਨੇ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਫੋਨ ਲਾਓ, ਹੈ ਨਾ। ਸਕੂਲਾਂ ਨੇ ਕਿਹਾ, ਔਰ ਸਕੂਲਾਂ ਨੂੰ ਬਦਲ ਹੀ ਇਹ ਮਿਲਿਆ ਸਰਕਾਰ ਵੱਲੋਂ ਵੀ ਤੁਸੀਂ ਆਨਲਾਈਨ ਪੜ੍ਹਾਉਣਾ। ਠੀਕ ਹੈ, ਤਾਂ ਮਾਪਿਆਂ ਨੇ ਪਹਿਲਾਂ ਫੋਨ ਲਏ। ਠੀਕ ਹੈ, ਹੁਣ ਕੋਈ ਚੰਗਾ ਸਮਾਰਟਫੋਨ ਆ ਜਿਹੜਾ ਜਿਹਦੇ ਵਿੱਚ ਆਪਾਂ ਕਹਿ ਦਈਏ ਵੀ ਬੱਚੇ ਵਟਸਐਪ 'ਤੇ ਜਾਂ ਜ਼ੂਮ ਐਪ 'ਤੇ ਜਾਂ ਗੂਗਲ ਮੀਟ 'ਤੇ ਕਲਾਸਾਂ ਲਾਉਣ ਤਾਂ 10-12 ਹਜ਼ਾਰ ਤੋਂ ਘੱਟ ਦਾ ਮੋਬਾਈਲ ਨਹੀਂ ਆਉਂਦਾ। ਠੀਕ ਹੈ, ਉਹ ਬੋਝ ਪਿਆ। ਫਿਰ ਹਰ ਮਹੀਨੇ ਇੱਕ ਰੀਚਾਰਜ, ਉਹ ਬੋਝ ਪਿਆ। ਠੀਕ ਹੈ, ਉਸ ਤੋਂ ਵੱਡੀ ਗੱਲ ਹੈ ਕਿ ਜਿਹੜੇ ਮਾਪੇ ਅਨਪੜ੍ਹ ਆ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਫੋਨ 'ਚ ਬੱਚਾ ਦੇਖ ਕੀ ਰਿਹਾ, ਪੜ੍ਹ ਕੀ ਰਿਹਾ। ਠੀਕ ਹੈ, ਬੱਚੇ ਫੋਨ 'ਤੇ 10-20 ਮਿੰਟ ਪੜ੍ਹ ਕੇ ਉਸ ਤੋਂ ਬਾਅਦ ਉਹਦੀ ਕਿਵੇਂ ਵਰਤੋਂ ਕਰ ਰਹੇ ਆ, ਇਹਦੇ ਬਾਰੇ ਕੋਈ ਆਪਾਂ ਨੂੰ ਕਲੀਅਰ ਨਹੀਂ ਹੈ। ਠੀਕ ਹੈ, ਬੱਚੇ ਕਿੰਨਾ ਕੁ ਪੜ੍ਹ ਰਹੇ ਆ, ਕੋਈ ਇਹਦੇ ਬਾਰੇ ਕੋਈ ਆਪਣੇ ਕੋਲੇ ਹੁਣ ਇਸ ਟਾਈਮ 'ਤੇ ਕੋਈ ਮਾਪ ਨਹੀਂ ਗਾ। ਠੀਕ ਹੈ, ਵੀ ਬੱਚਿਆਂ ਨੇ ਕਿੰਨਾ ਮਾਪੇ ਵੀ ਜੋ ਚਲੋ ਪੜ੍ਹੇ ਲਿਖੇ ਸੀ ਉਹ ਕਾਪੀਆਂ ਚੈੱਕ ਕਰ ਲੈਂਦੇ ਸੀ, ਕੀ ਪੜ੍ਹਾਇਆ ਗਿਆ ਸਕੂਲੋਂ, ਕੀ ਸਿਖਾਇਆ ਗਿਆ। ਬਿਲਕੁਲ ਬਿਲਕੁਲ। ਅੱਗੇ ਬੱਚਾ ਘਰ ਜਾਂਦਾ ਸੀ ਤਾਂ ਜਾ ਕੇ ਕੁਛ ਨਾ ਕੁਛ ਦੱਸਦਾ ਸੀ, ਮੈਂ ਜਾ ਕਰਕੇ ਆਇਆ, ਮੈਂ ਜਾ ਕਰਕੇ ਆਇਆ। ਹੁਣ ਬੱਚੇ ਦੱਸੇ ਕੀ? ਠੀਕ ਹੈ, ਆਨਲਾਈਨ ਸਟੱਡੀ ਸਿਰਫ ਆਪਾਂ ਕਹਿ ਸਕਦੇ ਕਿ ਵੱਡੇ ਕੋਰਸਾਂ ਦੇ ਵਿੱਚ ਜਾਂ ਵੱਡੇ ਜਿਹੜੇ ਆਪਾਂ ਕਹਿ ਲਓ ਵੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਆ, ਕਿਉਂਕਿ ਉਹਨਾਂ ਕੋਲੇ ਵੀ ਇਹ ਹੁੰਦਾ ਕਿ ਉਹਨਾਂ ਨੇ ਥੋੜ੍ਹਾ ਬਹੁਤ ਸਮਝ ਕੇ ਬਾਕੀ ਆਪ ਹੀ ਕਰਨਾ ਹੁੰਦਾ। ਪਰ ਸਕੂਲੀ ਜਿਹੜੀ ਸਿੱਖਿਆ ਉਹ ਤਾਂ ਵਿਦਿਆਰਥੀ ਨੇ ਇਕੱਲੀ ਇਕੱਲੀ ਗੱਲ ਸਮਝਣੀ, ਹਾਲੇ ਤਾਂ ਉਹ ਬੇਸਿਕ ਕਲੀਅਰ ਕਰ ਰਿਹਾ ਆਪਣੀ ਲਾਈਫ ਦੇ ਜਾਂ ਆਪਣੇ ਸਬਜੈਕਟਾਂ ਦੇ। ਠੀਕ ਹੈ, ਤਾਂ ਉਹ ਬੱਚਾ ਕਿਵੇਂ ਆਨਲਾਈਨ ਕਰ ਸਕਦਾ? ਠੀਕ ਹੈ, ਕਿਵੇਂ ਉਹ ਬੱਚਾ ਪੜ੍ਹ ਸਕਦਾ? ਠੀਕ ਹੈ, ਮਾਪੇ ਇਸ ਗੱਲ ਨੂੰ ਲੈ ਕੇ ਚਿੰਤਤ ਆ। ਫਿਰ ਮਾਪੇ ਅੱਗੇ ਮਤਲਬ ਕੋਈ ਕਿਸੇ ਪਰਿਵਾਰ ਦੇ ਵਿੱਚ ਸਿਰਫ ਇੱਕ ਕਮਾਉਣ ਵਾਲਾ ਹੀ ਆ। ਠੀਕ ਹੈ, ਮਦਰ ਜਾਂ ਫਾਦਰ ਜਾਂ ਦੋਨੋਂ ਕਮਾਉਣ ਵਾਲੇ ਆ। ਠੀਕ ਹੈ, ਉਹ ਸੁਬਾਹ ਕੰਮ 'ਤੇ ਚਲੇ ਜਾਂਦੇ ਆ, ਮਗਰੋਂ ਬੱਚੇ ਕੀ ਪੜ੍ਹ ਰਹੇ ਆ ਇਸ ਦੀ ਕੋਈ ਕੋਈ ਆਪਣੇ ਕੋਲ ਕੋਈ ਗਰੰਟੀ ਨਹੀਂ ਹੈ। ਠੀਕ ਹੈ, ਤਾਂ ਮਾਪਿਆਂ ਦੀ ਚਿੰਤਾ ਜਿਹੜੀ ਆ ਉਹ ਵਾਜਬ ਆ। ਠੀਕ ਹੈ, ਮਾਪੇ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਪੜ੍ਹਨ। ਠੀਕ ਹੈ, ਪਰ ਸਰਕਾਰ ਜਿਹੜੀ ਆ ਉਹ ਉਹਨਾਂ ਨੂੰ ਨਹੀਂ ਪੜ੍ਹਨਾ ਦੇ ਰਹੀ। ਠੀਕ ਹੈ, ਇਹ ਲਾਕਡਾਊਨ ਅੱਗੇ ਦੀ ਅੱਗੇ ਵਧਾ ਰਹੀ ਆ, ਹੁਣ ਫਿਰ ਇਹੀ ਹਾਲ ਹੋਣ ਵਾਲਾ। ਠੀਕ ਹੈ,
ਤਾਂ ਬੱਚੇ ਜਿਹੜੇ ਆ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਏ ਆ, ਮਾਪੇ ਵੱਖਰੇ ਮਾਨਸਿਕ ਤੌਰ ਤੇ ਪਰੇਸ਼ਾਨ ਆ, ਕਿਉਂਕਿ ਮਾਪਿਆਂ ਕੋਲੇ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ। ਠੀਕ ਆ, ਇਹ ਤਾਂ ਹੈ ਨਹੀਂ ਵੀ ਇਕੱਲਾ ਬੱਚੇ ਹੀ ਪੜ੍ਹਾਉਣਾ, ਘਰ ਦੇ ਵਿੱਚ ਹੋਰ ਬੜੇ ਬੋਝ ਹੁੰਦੇ ਆ। ਕਿਸੇ ਲੜਕੀ ਦੀ ਕਿਸੇ ਨੇ ਸ਼ਾਦੀ ਕਰਨੀ ਆ, ਠੀਕ ਹੈ, ਕਿਸੇ ਦੀ ਆਰਥਿਕ ਤੌਰ ਤੇ ਹੋਰ ਪ੍ਰੋਬਲਮ ਆ, ਕਿਸੇ ਦੇ ਘਰ 'ਚ ਕੋਈ ਬਿਮਾਰੀ ਆ, ਠੀਕ ਹੈ, ਤਾਂ ਕਿੱਦਾਂ ਮਤਲਬ ਇੱਦਾਂ ਸਾਰੇ ਪਾਸੇ ਉਹ ਚੱਲ ਸਕਦੇ ਆ। ਠੀਕ ਹੈ, ਸੋ ਇਸ ਲਈ ਸਰਕਾਰ ਨੂੰ ਥੋੜ੍ਹਾ ਬਹੁਤਾ ਸੋਚਣਾ ਚਾਹੀਦਾ ਕਿ ਮਾਪਿਆਂ ਦਾ ਕੋਈ ਕਸੂਰ ਨਹੀਂ, ਠੀਕ ਹੈ, ਨਾ ਹੀ ਵਿਦਿਆਰਥੀਆਂ ਦਾ ਕਸੂਰ ਆ, ਠੀਕ ਹੈ, ਪਰ ਫਿਰ ਵੀ ਜੇ ਉਹ ਇੱਦਾਂ ਕਰ ਰਹੇ ਆ ਤਾਂ ਮਾਪਿਆਂ ਦੀ ਚਿੰਤਾ ਵੀ ਵਾਜਬ ਹੈ ਜੀ। ਬਿਲਕੁਲ, ਕਿਤੇ ਨਾ ਕਿਤੇ ਮਾਪਿਆਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅੱਛਾ, ਇੱਕ ਗੱਲ ਹੈ ਵੀ ਤੁਸੀਂ ਨਿੱਜੀ ਸਕੂਲ ਚਲਾਉਂਦੇ ਹੋ, ਤੁਹਾਨੂੰ ਠੀਕ ਹੈ ਬੱਚਿਆਂ ਦੀ ਪੜ੍ਹਾਈ 'ਤੇ ਅਸਰ ਪੈ ਰਿਹਾ, ਪਰ ਸਕੂਲਾਂ ਨੂੰ ਤਾਂ ਆਪਦੀਆਂ ਫੀਸਾਂ ਮਿਲ ਰਹੀਆਂ, ਸਕੂਲਾਂ ਨੂੰ ਤਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਤਾਂ ਆਪਦਾ ਆਰਥਿਕ ਠੀਕ ਹੈ, ਇੱਕ ਉਹਨਾਂ ਦੇ ਤਾਂ ਖਰਚੇ ਇਕੱਠੇ ਆ। ਬਹੁਤੇ ਸਕੂਲ ਤਾਂ ਅਧਿਆਪਕਾਂ ਨੂੰ ਫੀਸ ਨਹੀਂ ਦੇ ਰਹੇ ਕਿਉਂਕਿ ਅਧਿਆਪਕ ਘਰ ਬੈਠੇ ਆ, ਪਰ ਬੱਚਿਆਂ ਤੋਂ ਫੀਸ ਲੈ ਰਹੇ ਆ। ਇਹਦੇ 'ਤੇ ਮਤਲਬ ਸਕੂਲਾਂ 'ਤੇ ਤਾਂ ਇਸ ਹਿਸਾਬ ਨਾਲ ਘੱਟ ਪ੍ਰਭਾਵ ਹੈ। ਹਾਂ, ਇਹ ਬਿਲਕੁਲ ਤੁਹਾਡਾ ਸਹੀ ਸਵਾਲ ਹੈ ਜੀ। ਅਸਲ 'ਚ ਸਕੂਲਾਂ ਦੀਆਂ ਵੀ ਕੈਟਾਗਰੀਜ਼ ਨੇ। ਕੁਝ ਸਕੂਲ ਬੜੇ ਬ੍ਰਾਂਡ ਨੇ, ਕੁਝ ਸਕੂਲ ਸਾਡੇ ਵਰਗੇ ਨੇ ਜਿਹੜੇ ਸੈਲਫ ਫਾਈਨਾਂਸ ਨੇ, ਜਿਹੜੇ ਅਸੀਂ ਆਪਣੇ ਤੌਰ 'ਤੇ ਜਿੰਨਾ ਸਾਡੇ ਕੋਲ ਸਾਧਨ ਸੀਗੇ, ਜਾਂ ਜਿੰਨੀ ਸਾਡੀ ਮੈਨੇਜਮੈਂਟ ਕਮੇਟੀ ਹੈ, ਜਾਂ ਜਿੰਨੀ ਸਾਡੀ ਸੁਸਾਇਟੀ ਹੈ, ਜਿਨ੍ਹਾਂ ਉਹਨਾਂ ਦੇ ਮੈਂਬਰਾਂ ਨੇ ਕੁਝ ਕੰਟਰੀਬਿਊਸ਼ਨ ਪਾ ਕੇ ਅਤੇ ਸਕੂਲ ਖੋਲ੍ਹੇ ਨੇ, ਜਿਨ੍ਹਾਂ ਦੀਆਂ ਬੜੀਆਂ ਜਾਇਜ਼ ਜਿਹੀਆਂ ਫੀਸਾਂ ਨੇ। ਠੀਕ ਹੈ। ਅੱਛਾ, ਉਹ ਜਿਹੜੇ ਵੱਡੇ ਬ੍ਰਾਂਡ ਨੇ, ਵੱਡੇ ਸਕੂਲ ਨੇ, ਉਹਨਾਂ ਨੇ ਤਾਂ ਫੀਸਾਂ ਸਾਰੀਆਂ ਲੈ ਲਈਆਂ ਜੀ, ਅਤੇ ਖਰਚੇ ਘੱਟੇ ਆ, ਅਤੇ ਉਹਨਾਂ ਨੂੰ ਕਮਾਈ ਦਾ ਸਾਧਨ ਵੱਡਾ ਬਣ ਗਿਆ। ਠੀਕ ਹੈ। ਜਿਹੜੇ ਸਾਡੇ ਵਰਗੇ ਪਿੰਡਾਂ 'ਚ ਆਮ ਸਕੂਲ ਖੁੱਲ੍ਹੇ ਨੇ, ਇਹ ਤਾਂ ਉਹ ਖੁੱਲ੍ਹੇ ਨੇ ਜਿੰਨੇ ਅਸੀਂ ਆਪਦੇ ਪਿੰਡਾਂ 'ਚ ਹੀ ਇੱਥੇ ਹੀ ਰਹਿ ਕੇ ਅਤੇ ਆਪਣਾ ਕੰਮ ਕਰ ਰਹੇ ਹਾਂ। ਉਹਦੇ ਮੁਕਾਬਲੇ ਸਾਡੀਆਂ ਫੀਸਾਂ ਵੀ ਘੱਟ ਨੇ। ਹੁਣ ਤੁਹਾਨੂੰ ਮੈਂ ਜੇ ਤੁਹਾਨੂੰ ਆਪਣੀ ਲੈਜਰ ਵਿਖਾਵਾਂ ਅਤੇ ਕਿੰਨੇ ਬਕਾਏ ਪਏ ਨੇ। ਅਸੀਂ ਪੇਪਰ ਵੀ ਸਾਰੇ ਲੈ ਲਿਆ, ਅਸੀਂ ਉਹਨਾਂ ਨੂੰ ਰਿਜ਼ਲਟ ਵੀ ਦੇਤੇ ਆ। ਕਾਰਨ ਇਹ ਆ ਕਿ ਉਹ ਸਾਡੇ ਚਾਚੇ ਤਾਏ ਨੇ, ਕੋਈ ਸਾਡੇ ਆਪਣੇ ਰਿਸ਼ਤੇਦਾਰ ਨੇ, ਜਾਂ ਜਿੰਨੇ ਆਪਣਾ ਸਾਰਾ ਇੱਕ ਸੁਸਾਇਟੀ ਹੁੰਦੀ ਆਪਣੀ ਆਪ ਦੀ ਸਾਰੇ ਲੋਕਾਂ ਦੀ। ਸਾਡੀ ਇਹ ਕੋਸ਼ਿਸ਼ ਹੈ ਕਿ ਬੱਚੇ ਪੜ੍ਹ ਜਾਣ। ਅਸੀਂ ਤਾਂ ਅਗਾਂਹ ਵਾਸਤੇ ਵੀ ਕਿਹਾ ਵਾ ਕਿ ਤੁਸੀਂ ਸਾਡੇ ਕੋਲ ਬੱਚੇ ਭੇਜੀ ਜਾਓ, ਬੱਚੇ ਪੜ੍ਹਾਈ ਜਾਓ, ਜਦੋਂ ਸਕੂਲ ਖੁੱਲੂਗਾ ਉਸ ਤੋਂ ਬਾਅਦ ਤੁਸੀਂ ਸਾਨੂੰ ਫੀਸਾਂ ਦੇ ਦਿਓ, ਕੋਈ ਗੱਲ ਨਹੀਂ। ਕਿਉਂਕਿ ਅਸੀਂ ਸਾਡਾ ਕੰਪਰੋਮਾਈਜ਼ ਹੈ, ਜਾਂ ਸਾਡੀ ਉਹਨਾਂ ਦੇ ਨਾਲ ਇੱਕ ਕਿਸਮ ਦੀ ਇੱਕ ਕਮਿਟਮੈਂਟ ਹੋਈ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਆਪਣਾ ਕੰਮ ਕਰੋ ਕਿ ਤੁਹਾਡੀ ਪੜ੍ਹਾਈ ਦਾ ਨੁਕਸਾਨ ਵੀ ਨਾ ਹੋਵੇ ਅਤੇ ਤੁਹਾਨੂੰ ਫਾਈਨੈਂਸ਼ੀਅਲ ਵੀ ਕੋਈ ਬੋਝ ਨਾ ਪਵੇ। ਪਰ ਮਾਪੇ ਆਪਣੀ ਥਾਂ 'ਤੇ ਬਿਲਕੁਲ ਸਹੀ ਨੇ। ਜਦੋਂ ਤੁਹਾਨੂੰ ਲੱਖ ਰੁਪਈਆ 50,000 60,000 ਫੀਸ ਭਰਨੀ ਪੈਂਦੀ, ਬੜੀ ਔਖੀ ਹੁੰਦੀ ਹੈ। ਜਦੋਂ ਬੱਚੇ ਘਰੇ ਬੈਠੇ ਹੋਣ, ਬੱਚਾ ਸਕੂਲ 'ਚ ਪੜ੍ਹਨ ਆ ਰਿਹਾ ਹੋਵੇ, ਘਰੇ ਬੈਠੇ ਦੇ ਹੀ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਹੋਣ, ਉਹਨਾਂ ਨੂੰ ਬੱਚਿਆਂ ਦੀ ਜਿੱਥੇ ਟੀਚਰ ਨੇ ਧਿਆਨ ਰੱਖਣਾ ਹੁੰਦਾ, ਉੱਥੇ ਮਾਪਿਆਂ ਨੂੰ ਧਿਆਨ ਰੱਖਣਾ ਪਵੇ ਕਿ ਬੱਚਾ ਕੀ ਕਰ ਰਿਹਾ ਸਾਡਾ, ਫਿਰ ਵੀ ਉਹ ਪੈਸਾ ਦੇਣ, ਇਹ ਤਾਂ ਡਬਲ ਮਾਰ ਪੈ ਰਹੀ ਹੈ ਉਹਨਾਂ ਨੂੰ। ਇਹ ਡਬਲ ਨਹੀਂ, ਤੇਰੀ ਮਾਰ ਪੈ ਰਹੀ ਹੈ। ਇੱਕ ਤਾਂ ਬੱਚੇ ਦੀ ਫੀਸ ਜਾਣੀ ਆ, ਬੱਚਾ ਘਰ ਬੈਠਾ ਵਾ, ਫਿਰ ਮੋਬਾਈਲ ਦੇ ਜਿਵੇਂ ਸਾਰਿਆਂ ਨੇ ਦੱਸਿਆ ਉਹ ਖਰਚੇ ਪੈ ਰਹੇ ਆ, ਰੀਚਾਰਜ ਦੇ ਖਰਚੇ ਪੈ ਰਹੇ ਆ, ਫਿਰ ਬੱਚਾ ਪੜ੍ਹ ਕੀ ਰਿਹਾ ਵਾ ਸਾਨੂੰ ਵੀ ਕੋਈ ਸਮਝ ਨਹੀਂ ਆ ਰਹੀ। ਸੋ ਇਹ ਮਾਰ ਇੱਕ ਨਹੀਂ ਪੈ ਰਹੀ, ਇਹ 4-5 ਤਰ੍ਹਾਂ ਦੀਆਂ ਮਾਰਾਂ ਪੈ ਰਹੀਆਂ। ਮਾਪੇ ਇਹਦੇ 'ਚ ਬਿਲਕੁਲ ਵੀ ਕਸੂਰਵਾਰ ਨਹੀਂ, ਮਾਪੇ ਸਹੀ ਨੇ। ਹਰ ਬੰਦਾ ਹੀ 100 ਵਾਰ ਸੋਚੂਗਾ। ਤੁਸੀਂ ਮੰਨ ਲਓ ਕੋਈ ਚੀਜ਼ ਲੈਣ ਗਏ ਜੇ ਬਾਜ਼ਾਰੋਂ, ਚੀਜ਼ ਤੁਹਾਨੂੰ ਮਿਲੀ ਨਹੀਂ ਤੁਹਾਨੂੰ, ਪਰ ਪੈਸੇ ਤੁਹਾਨੂੰ ਉਹਦੇ ਭਰਨੇ ਪੈ ਜਾਣ, ਅਤੇ ਕੋਈ ਬੰਦਾ ਵੀ ਉਸ ਚੀਜ਼ ਨੂੰ ਖਰੀਦੂਗਾ ਨਹੀਂ। ਇਸ ਲਈ ਮਾਪਿਆਂ ਦਾ ਬਿਲਕੁਲ ਕੋਈ ਕਸੂਰ ਨਹੀਂ ਗਾ, ਮਾਪੇ ਸੱਚੇ ਨੇ ਆਪਣੀ ਥਾਂ 'ਤੇ। ਹਾਂ, ਸਕੂਲਾਂ ਵਾਲਿਆਂ ਦੇ ਜਿਹੜੇ ਖਰਚੇ ਨੇ, ਜਿਵੇਂ ਤਨਖਾਹਾਂ ਦੇਣੀਆਂ, ਜਾਂ ਸਕੂਲਾਂ ਵਾਲਿਆਂ ਦੇ ਨਾਲ ਜੁੜੇ ਲੋਕ ਜਿਨ੍ਹਾਂ ਨੇ ਗੱਡੀਆਂ ਪਾਈਆਂ ਨੇ, ਜਿਨ੍ਹਾਂ ਦੇ ਕਿਸ਼ਤਾਂ ਤਾਰਨੀਆਂ ਵਾ, ਜਾਂ ਜਿਨ੍ਹਾਂ ਨੇ ਟੈਕਸ ਭਰਨੇ ਆ, ਜਾਂ ਜਿਨ੍ਹਾਂ ਨੇ ਇੰਸ਼ੋਰੈਂਸ ਆ। ਹੁਣ ਸਰਕਾਰ ਨੂੰ ਇਹ ਵੀ ਚਾਹੀਦਾ ਸੀ ਨਾ ਕਿ ਜਿਨ੍ਹਾਂ ਦੀਆਂ ਨਿੱਜੀ ਟਰਾਂਸਪੋਰਟ ਆ, ਜਿਹਨਾਂ ਦੇ ਕੋਈ ਦੋ ਜਾਂ ਇੱਕ ਬੱਸ ਪਾਈ ਆ, ਉਹ ਸਿਰਫ ਤਾਂ ਪਾਈਆਂ ਸੀ ਆਪਣੇ ਘਰ ਦੇ ਗੁਜ਼ਾਰੇ ਕਰਨ ਵਾਸਤੇ। ਉਹ ਕਿਹੜੇ ਟਰਾਂਸਪੋਰਟਰ ਨੇ, ਉਹਨਾਂ ਦਾ ਕੋਈ ਕੁਛ ਨਹੀਂ ਕਰਨਾ, ਤਾਂ ਕਮ ਸੇ ਕਮ ਬੀਮੇ ਮਾफ़ ਕਰ ਦਿਓ, ਜਾਂ ਉਹਨਾਂ ਦੇ ਟੈਕਸੀ ਮਾफ़ ਕਰ ਦਿਓ। ਇਹ ਕਿਉਂਕਿ ਸਾਨੂੰ ਹਰ ਚੀਜ਼ ਬਾਰੇ ਸੋਚਣਾ ਪੈਣਾ ਵਾ। ਸਰਕਾਰ ਇੱਕ ਪਿਓ ਵਰਗੀ ਹੁੰਦੀ ਹੈ। ਸੋ ਪਿਓ ਦਾ ਫਰਜ਼ ਬਣਦਾ ਵਾ, ਜੇਕਰ ਬੱਚਾ ਕੋਈ ਬਿਮਾਰ ਆ ਤਾਂ ਉਹਨੂੰ ਦਵਾਈ ਲੈ ਕੇ ਦੇਣੀ, ਜੇ ਬੱਚੇ ਦੇ ਕੱਪੜੇ ਨਹੀਂ ਹੈਗੇ ਉਹਨੂੰ ਕੱਪੜੇ ਲੈ ਕੇ ਦੇਣੇ, ਜੇਕਰ ਬੱਚਾ ਸਕੂਲ ਪੜ੍ਹਦਾ ਉਹਦੀ ਫੀਸ ਦੇਣੀ, ਜੇਕਰ ਕਿਸੇ ਬੱਚੇ ਨੂੰ ਕੋਈ ਵੱਧ ਦੀ ਲੋੜ ਹੈ ਤਾਂ ਉਹ ਵੱਧ ਕਰਾਉਣਾ। ਪਰ ਇਹ ਆ ਵੀ ਇੱਥੇ ਆ ਕੇ ਸਾਨੂੰ ਲੱਗਦਾ ਵਾ ਕਿ ਕਾਫੀ ਢਿੱਲ ਵਰਤੀ ਜਾ ਰਹੀ ਹੈ। ਸੋ ਸਾਰਾ ਕੁਛ ਮੰਨਦੇ ਹਾਂ ਅੱਜ ਬਿਮਾਰੀ ਆ, ਪਰ ਇਹਨਾਂ ਨਾਲ ਨਜਿੱਠਣ ਵਾਸਤੇ ਜੇ ਬਾਕੀ ਦੇਸ਼ਾਂ ਨੇ ਕਈ ਫੈਸਲੇ ਕੀਤੇ, ਤਾਂ ਸਾਡੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਕੁਛ ਇਹੋ ਜਿਹੇ ਫੈਸਲੇ ਕਰਨ ਜਿਨ੍ਹਾਂ ਦੇ ਨਾਲ ਲੋਕਾਂ ਦੇ ਉੱਤੇ ਕੋਈ ਆਰਥਿਕ ਬੋਝ ਨਾ ਪਵੇ, ਲੋਕ ਸੌਖੇ ਰਹਿਣ। ਅਸੀਂ ਸਾਰੇ ਸਰਕਾਰ ਦੇ ਨਾਲ ਹਾਂ, ਕੋਈ ਬੰਦਾ ਵੀ ਸਰਕਾਰ ਦੇ ਉਲਟ ਨਹੀਂ ਗਾ। ਪਰ ਜਿਹੜੀ ਗੱਲ ਹੁਣੇ ਸਾਰਿਆਂ ਨੇ ਕੀਤੀ ਆ ਕਿ ਮੁਸ਼ਕਿਲਾਂ ਬੜੀਆਂ ਨੇ, ਹਰ ਪੱਖੋਂ ਹੀ ਮੁਸ਼ਕਿਲਾਂ ਬੜੀਆਂ ਨੇ। ਅਸੀਂ ਸਕੂਲਾਂ ਵਾਲਿਆਂ ਨੂੰ ਵੀ ਸਾਡੇ ਵੱਲੋਂ ਇਹੀ ਬੇਨਤੀ ਹੈ ਵੀ ਜਿੰਨਾ ਵੀ ਹੋ ਸਕੇ ਮਾਪਿਆਂ ਨਾਲ ਕੋਆਪਰੇਟ ਕੀਤਾ ਜਾਵੇ, ਕਿਉਂਕਿ ਮਾਪੇ ਕਿਤੇ ਵੀ ਗਲਤ ਨਹੀਂ ਗੇ, ਮਾਪੇ ਆਪਣੀ ਥਾਂ ਬਿਲਕੁਲ ਸਹੀ ਨੇ।